ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਸੰਸਾਰ ਦੇ ਅੰਦਰ ਅਸੀਂ ਦੇਖਦੇ ਹਾਂ, ਜਿਵੇਂ ਕੋਈ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ ਤੇ ਫਿਰ ਜਾਂ ਤਾਂ ਉਹਦੀ ਉਸਤਤ ਸਟਾਰਟ ਹੋ ਜਾਂਦੀ ਹੈ ਜਾਂ ਉਹਦੀ ਬੁਰਾਈ ਸਟਾਰਟ ਹੋ ਜਾਂਦੀ ਹੈ। ਪਰਮਾਤਮਾ ਦਾ ਮਾਰਗ ਬੜਾ ਸੰਕੀਰਨ ਮਾਰਗ ਹੈ, ਬੜਾ ਬਰੀਕ ਮਾਰਗ ਹੈ। ਮੈਂ ਅਕਸਰ ਕਥਾ ਵਿੱਚ ਬਿਆਨ ਕਰਦਾ ਹੁੰਦਾ ਸਾਧ ਸੰਗਤ ਜੀ ਕਿ ਅੱਖ ਦੇ ਵਿੱਚ ਪਿਆ ਹੋਇਆ ਕਿਣਕਾ ਸਾਨੂੰ ਦਿਖਾਈ ਨਹੀਂ ਦਿੰਦਾ, ਜੋ ਪਰਮਾਤਮਾ ਇਹਨਾਂ ਅੱਖਾਂ ਦੇ ਵਿੱਚ ਰਮਿਆ ਹੋਇਆ ਹੈ ਉਹ ਸਾਨੂੰ ਕਿਸ ਤਰ੍ਹਾਂ ਦਿਖਾਈ ਦੇ ਸਕਦਾ। ਤਾਂ ਉਹਦੇ ਵਾਸਤੇ ਇਹ ਅੱਖਾਂ ਕੰਮ ਨਹੀਂ ਆਉਣਗੀਆਂ। ਅਤੇ ਫਿਰ ਸਵਾਲ ਹੈ ਕਿ ਕਿਹੜੀਆਂ ਅੱਖਾਂ ਦੀ ਵਰਤੋਂ ਕਰੀਏ, ਕਿਹੜੀਆਂ ਅੱਖਾਂ ਦਾ ਪ੍ਰਯੋਗ ਕਰੀਏ। ਤਾਂ ਉਹ ਅੱਖਾਂ ਨੇ ਮਨ ਦੀਆਂ ਅੱਖਾਂ। ਤਾਂ ਉਹਦੇ ਵਾਸਤੇ ਇਹਨਾਂ ਲੋਕਾਂ ਦੀ ਬੁਰਾਈ ਅਤੇ ਚੰਗਿਆਈ, ਨਿੰਦਿਆ ਅਤੇ ਉਸਤਤ, ਇਹਨਾਂ ਦੋਨਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ। ਜਿਵੇਂ ਕਿ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਪਾਵਨ ਸ਼ਬਦਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਸਾਨੂੰ ਸੇਧ ਦੇ ਰਹੇ ਨੇ। ਲੋਕਨ ਕੀ ਚੁਤਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ। ਗੁਰੂ ਰਾਮਦਾਸ ਜੀ ਮਹਾਰਾਜ, ਰਾਗ ਦੇਵਗੰਦਰੀ, ਅੰਗ 528। ਗੁਰੂ ਮਹਾਰਾਜ ਇਹੀ ਫਰਮਾਨ ਕਰ ਰਹੇ ਨੇ ਕਿ ਅਸੀਂ ਸੰਸਾਰ ਦੀਆਂ ਚੁਤਰਾਈਆਂ ਨੂੰ ਅਤੇ ਸਿਫਤਾਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ। ਹੁਣ ਜੇ ਕੋਈ ਬੁਰਾ ਕਹਿ ਰਿਹਾ ਤਾਂ ਸਾਨੂੰ ਇਸ ਦਾ ਅਸਰ ਨਹੀਂ, ਅਤੇ ਜੇ ਕੋਈ ਚੰਗਾ ਕਹਿ ਰਿਹਾ ਤਾਂ ਵੀ ਸਾਨੂੰ ਕੋਈ ਅਸਰ ਨਹੀਂ। ਜੇ ਕੋਈ ਬੁਰਾ ਕਹਿ ਰਿਹਾ ਹੈ ਤਾਂ ਤੁਸੀਂ ਬੁਰਾ ਨਹੀਂ ਹੋ ਜਾਣਾ, ਅਤੇ ਜੇ ਕੋਈ ਚੰਗਾ ਕਹਿ ਰਿਹਾ ਤੁਸੀਂ ਚੰਗੇ ਨਹੀਂ ਹੋ ਜਾਣਾ। ਤੁਸੀਂ ਆਪਣੇ ਮਨ 'ਤੇ ਦੇਖੋ ਕਿ ਅਸੀਂ ਚੰਗੇ ਹਾਂ ਜਾਂ ਬੁਰੇ ਹਾਂ। ਇਹ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ। ਕਈ ਵਾਰ ਕੀ ਅਸੀਂ ਦੇਖਦੇ ਹਾਂ ਕਿ ਬਾਹਰੋਂ ਤਾਂ ਬੜੇ ਸੁੰਦਰ ਵਸਤਰ ਨੇ, ਬੜੇ ਸੁੰਦਰ ਗੁਣ ਉਹਨੇ ਪ੍ਰਗਟ ਕੀਤੇ ਹੋਏ ਨੇ, ਪਰ ਅੰਦਰੋਂ ਜਿਹੜੀ ਸੁਰਤ ਹੈ ਉਹ ਮਹਾਮਲੀਨ ਹੈ। ਦੂਰ ਕੇ ਜਾਓ, ਬਾਬਾ ਫਰੀਦ ਵੀ ਆਪਣੇ ਪਾਵਨ ਸ਼ਬਦਾਂ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਫਰਮਾਨ ਕਰ ਰਹੇ ਨੇ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰੂ, ਲੋਕ ਕਹਿਣ ਦਰਵੇਸ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 1381। ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਹੈ ਫਰੀਦਾ, ਮੈਂ ਅੰਦਰ, ਮੇਰੇ ਅੰਦਰ ਫਕੀਰਾਂ ਵਾਲਾ ਜੇਵਰ ਨਹੀਂ ਹੈ, ਪਰ ਮੇਰੇ ਕੱਪੜੇ ਕਾਲੇ ਨੇ, ਮੇਰਾ ਵੇਸ ਵੀ ਕਾਲਾ ਹੈ, ਫਕੀਰਾਂ ਵਰਗਾ। ਭਗਵੇਂ ਕੱਪੜੇ ਨੇ, ਕਾਲੇ ਕੱਪੜੇ ਨੇ, ਚਿੱਟੇ ਕੱਪੜੇ ਨੇ, ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ, ਪਰ ਜਿਹੜਾ ਅੰਦਰ ਮੇਰਾ ਗੰਦਲਾ ਹੈ ਉਹ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ। ਪਰ ਜਗਤ ਵਿੱਚ ਮੈਨੂੰ ਲੋਕ ਫਕੀਰ ਆਖਦੇ ਨੇ। ਬਾਬਾ ਫਰੀਦ ਜੀ ਮਹਾਰਾਜ, ਬੜੀ ਹਿੰਮਤ ਹੈ ਉਹਨਾਂ ਦੀ ਕਿ ਉਹਨਾਂ ਨੇ ਇੰਨੀ ਸੱਚਾਈ ਨੂੰ ਬਿਆਨ ਕੀਤਾ। ਅਕਸਰ ਅੱਜ ਕੱਲ੍ਹ ਦੇ ਫਕੀਰਾਂ ਨੂੰ ਦੇਖਿਆ ਕਿ ਅੰਦਰ ਕੁਝ ਹੋਰ ਹੈ ਅਤੇ ਬਾਹਰ ਕੁਝ ਹੋਰ ਹੈ। ਪਰਮਾਤਮਾ ਦੇ ਮਾਰਗ 'ਤੇ ਹਜੇ ਚੱਲੇ ਵੀ ਨਹੀਂ, ਪਰ ਬ੍ਰਹਮ ਗਿਆਨੀ ਅੱਗੇ ਪਹਿਲਾਂ ਲੱਗ ਜਾਂਦਾ। ਸੋ ਮੈਂ ਮੁਕਤਸਰ ਆਪਣੇ ਟੌਪਿਕ 'ਤੇ ਆਵਾਂ ਕਿ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰੂ, ਲੋਕ ਕਹਿਣ ਦਰਵੇਸ। ਹੁਣ ਸਵਾਲ ਇਹ ਉਤਪੰਨ ਹੁੰਦਾ ਹੈ, ਅਤੇ ਫਿਰ ਉਹ ਕਿਹੜੀ ਰਹਿਤ ਮਰਿਆਦਾ ਹੈ, ਉਹ ਕਿਹੜੇ ਪਾਵਨ ਸ਼ਬਦ ਨੇ ਗੁਰਬਾਣੀ ਦੇ ਜੋ ਸਾਨੂੰ ਸੇਧ ਦੇ ਰਹੇ ਨੇ ਕਿ ਅਸੀਂ ਪਰਮਾਤਮਾ ਦੇ ਮਾਰਗ 'ਤੇ ਕਿਵੇਂ ਚੱਲਣਾ। ਅਸਲ ਦੇ ਵਿੱਚ ਜਦੋਂ ਇਹ ਸਾਨੂੰ ਗਿਆਨ ਆ ਜਾਂਦਾ ਹੈ ਕਿ ਜੇ ਕੋਈ ਬੁਰਾ ਕਹਿ ਰਿਹਾ ਤਾਂ ਅਸੀਂ ਬੁਰੇ ਨਹੀਂ, ਅਤੇ ਜੇ ਕੋਈ ਚੰਗਾ ਕਹਿ ਰਿਹਾ ਤਾਂ ਅਸੀਂ ਚੰਗੇ ਨਹੀਂ, ਬਸ ਧਰਮ ਦੀ ਪ੍ਰਾਪਤੀ ਇਹੀ ਹੈ। ਇੱਥੋਂ ਧਰਮ ਸ਼ੁਰੂ ਹੋ ਜਾਂਦਾ, ਜਿਹਨੂੰ ਕਹਿੰਦੇ ਨੇ ਧਰਮ ਖੰਡ। ਕਿਉਂਕਿ 5 ਖੰਡ ਨੇ ਪਰਮਾਤਮਾ ਤੱਕ ਜਾਣ ਦੇ। ਧਰਮ ਖੰਡ ਹੈ, ਗਿਆਨ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ, ਅਤੇ ਉਸ ਤੋਂ ਬਾਅਦ ਸੱਚ ਖੰਡ ਹੈ। ਇਹ 4 ਸੁਰ ਦੀਆਂ ਯਾਤਰਾ ਅਤੇ 5ਵਾਂ ਪਰਮਾਤਮਾ ਤੱਕ ਪਹੁੰਚਣਾ, ਯਾਨੀ ਕਿ 5 ਪੜਾਅ ਸੁਰਤ ਦੇ ਨੇ। ਅਤੇ ਹੁਣ ਸਵਾਲ ਇਹ ਉਤਪੰਨ ਹੁੰਦਾ ਹੈ ਵੀ ਸੁਰਤ ਨੇ ਚੱਲਣਾ ਹੈ ਅਤੇ ਫਿਰ ਕਿਹੜੇ ਥਾਵਾਂ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ। ਔਰ ਸੱਚ ਜਾਣਿਓ, ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਤਰ੍ਹਾਂ ਦੇ ਹਜ਼ਾਰਾਂ ਹੀ
पंक्तियां ने जो सानू सेध दे रही ने, पर शर्त है भी इन्हां नूं कोई इन्हां दा वणज वपार करे, इन्हां नूं कोई समझे, इन्हां नूं कोई कमावे। पर बड़ी औखी गल है। जालो ऐसी रीत जित में प्यारा विसरे, नानक साई पली प्रतीत जित साहिब सेती पत रहे। ऐसी कला न खेडी है जित दरगाह गया हार, ऐसी कला ने खेडी है जित दरगाह गया हारिया। फरीदा जिन्नी कमी नाहे गुण ता कमड़े विसार, ऐसा कम मूले न कीचे जिस अंत पछोताई। सोई कम कमाए जित मुख उजला, हक पराया नानका उस सुअर उस गाय। बाबा होर खाना खुशी खुआर, जित खाधे तन पीड़िए मन में चले विकार। बाबा होर पैणो खुशी खुआर, जित पैदे तन पीड़िए मन में चले विकार। जित पीते मत दूर होए, बरल पवे विच आए, झूठा मद मूल ना पीछे, जे का पर विसाए। सांझ करीजै गुण केरी, छोड़ अवगुण चली। गुरु ग्रंथ साहिब महाराज की बाणी का फरमान। इन्हां आदेशों तो प्रगट है कि सिख वो काम करन जिस नाल उसका आत्मिक, मानसिक ते सरीरक विकास होवे। जिस किसी भी गल दे नाल उनका सरीरक, मानसिक ते आत्मिक विकास रुकदा है, उसनूं वो चीज़ां छोड़ देनियां चाहिए, उन्हां चीज़ों तो दूर चले जाना चाहिए। परमात्मा का मार्ग मैं मुक्तसर अर्ज करा, बड़ा संकीर्ण मार्ग है। इत्थे सुरत ने चलना, इत्थे शरीर ने नहीं चलना। शरीर गुरु घर जा सकता है, मंदिर जा सकता है, मस्जिद जा सकता है, चर्च दे विच जा सकता है, पर सुरत ने परमात्मा तक जाना। जिन्ने भी कर्म कांड ने वो शरीर रूप दे विच ने, शरीर तक सीमित ने, पर मन दे विच कोई कर्म कांड नहीं चलता, ना ही नाल जाना उन्हें। पर परमात्मा की यात्रा सुरत तो अगे की यात्रा। अपनी बुद्धि, अपना विवेक भी छोड़ना पैना अगर परमात्मा के मार्ग पर चलना। गल थोड़ी जी बरीक है, शायद समझ दे विच आउंदी होवे। थोड़ा जिहा ध्यान केंद्रित साध संगत जी, थोड़ा जिहा ध्यान केंद्रित, क्योंकि गुरबाणी ये सागर है, ये समुंदर है। मत विच रतन जोहार मानक, जे गुर की सिख सुने। सब कुछ इस अंदर ही है, बस शर्त है कोई सुन लवे। जिसनों सुनना आ गया उन्होंने बोलने की की लोड़। सुनना बहुत कठिन है, बहुत कठिन कार्य है। तो परमात्मा का नाम जपना है, वार वार इस जीभां दे नाल जपना है, तो गुणां ने प्रगट होना है, तां ही तुहाडा सरीरक, आत्मक ते मानसिक विकास होना। जिवें जपजी साहिब दे विच बाणी का नाम है जप, सत्कार वजों असीं कहने जप जी साहिब। तो 32ਵੀਂ पौड़ी दे विच गुरु नानक देव जी महाराज अपने पावन मुखार बेन दे विचों शब्द उच्चारण कर रहे हैं। एक दू जीबो लख होए, लख होए लख 20, लख लख गेड़ा आखिए, एक नाम जगदीश। एक जीव तो लखां जीवां हो जाण, उन्हां लखां तो अगे 20 लख हो जाण, फिर उस एक जुबान नाल लख लख वेरा उस परमेश्वर का नाम आखिए ना, जपीए ना, फिर उस परमात्मा के मार्ग ते चलीदा। तां सानूं पता लगदा भी एक बार वाहिगुरू किवें कहना। मैं उपेक्षा करदा कि गल पकड़ दे विच आ गई होवेगी, गल समझ दे विच आ गई होवेगी कि परमात्मा ने प्रगट होना है वर्तमान दे विच, सैकंड दे विच, एक सैकंड।
ਇੱਕ ਵਾਰੀ ਵਾਹਿਗੁਰੂ ਕਹਿਣ ਦੀ ਲੋੜ ਹੈ ਔਰ ਪਰਮਾਤਮਾ ਨੇ ਪ੍ਰਗਟ ਹੋ ਜਾਣਾ। ਪਰ ਉਹ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਕਹਿਣਾ ਆਵੇ ਸਾਨੂੰ, ਇਸ ਵਾਰ ਲੱਖ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਪਊਗਾ, ਕਈ ਕਰੋੜਾਂ ਵਾਰ ਵਾਹਿਗੁਰੂ। ਕਈਆਂ ਨੂੰ ਕਈ ਜਨਮ ਲੱਗ ਜਾਂਦੇ ਨੇ, ਕਈਆਂ ਨੂੰ ਇੱਕ ਦਿਨ ਹੀ ਲੱਗਦਾ, ਕਈਆਂ ਨੂੰ 12 ਸਾਲ ਵੀ ਲੱਗਦੇ ਨੇ। ਮਹਾਤਮਾ ਬੁੱਧ, ਸਿਧਾਰਥ, ਉਹਨੂੰ 12 ਸਾਲ ਲੱਗੇ ਸਨ। ਪ੍ਰਹਲਾਦ 6 ਸਾਲ, ਛੋਟਾ ਜਿਹਾ ਬੱਚਾ। ਸ਼ਰਤ ਇਹ ਕਿ ਤੜਫ ਕਿੰਨੀ ਹੈ ਪਰਮਾਤਮਾ ਤੱਕ ਪਹੁੰਚਣ ਲਈ। ਤੜਫ ਬਹੁਤ ਹੈ ਕੰਮ ਕਰਨ ਦੇ ਵਿੱਚ, ਤੜਫ ਬਹੁਤ ਹੈ ਕਈਆਂ ਨੂੰ ਕਿਤਾਬਾਂ ਪੜ੍ਹਨ ਦੇ ਵਿੱਚ, ਤੜਫ ਬਹੁਤ ਹੈ ਕਈਆਂ ਨੂੰ ਸੰਗੀਤ ਸੁਣਨ 'ਚ, ਤੜਫ ਬਹੁਤ ਹੈ ਕਈਆਂ ਨੂੰ ਨ੍ਰਿਤ ਕਰਨ ਦੇ ਵਿੱਚ, ਤੜਫ ਬਹੁਤ ਹੈ ਕਈਆਂ ਨੂੰ ਲੋਕਾਂ ਨੂੰ ਸੁਣਾਉਣ, ਜਿਵੇਂ ਮੈਂ ਸੁਣਾ ਰਿਹਾ ਤੁਹਾਨੂੰ। ਪਰ ਕਿਸੇ ਨੂੰ ਤੜਫ ਨਹੀਂ ਪਰਮਾਤਮਾ ਨੂੰ ਪਾਉਣ ਦੀ। ਇਸੇ ਕਰਕੇ ਤਾਂ ਅਧੂਰੇ ਬੈਠੇ ਹਾਂ। ਇੱਕ ਵਾਰ परमात्मा का नाम कहना और परमात्मा ने प्रगट हो जाना। क्यों? हम आदमी हाँ एकदम ही। गुरु नानक देव जी महाराज, तनासरी महला। असी एकदम दे आदमी हाँ, एकदम। एकदम किन्ना है? एक सैकेंड। तो जे असी एक सैकेंड दे आदमी हाँ, एकदम दे विच हाँ, तो फिर परमात्मा भी एक सैकेंड 'च ही प्रगट होगा पुरखा। इसे करके शायद हरेक धर्म दे विच उन्होंने हरेक मंत्र उच्चारण किया है। दूर क्यों जाओ, सिख जगत दे विच वाहेगुरु एक सैकेंड का मंत्र है। और जिमें ही अमृत प्रमाण करते हैं, असीं छकते हैं, तो 5 प्यार साहिबान वालों सानू ये उपदेश किया जाता है कि जे कोई भाई जो प्राणी गोबिंद आवे, पढ़िया अनपढ़िया परमगत पावे। ये उपदेश किया जाता है कि कोई पढ़िया लिखिया या अनपढ़िया, जो हुण अनपढ़ वो गुरबाणी नूं किवें पढ़े, तो उहदे वास्ते एक मंत्र है वाहिगुरू। एक सैकेंड का ही मंत्र है जी, वाहिगुरू 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 वाहिगुरू। हरेक श्वास श्वास के नाल जपना। ये पंज प्यारे साहिबान वालों सानू उपदेश किया जाता है। पर इस मंत्र नूं कमाउंदे बहुत घट ने। कर्म कांड दे विच तां बहुत चल रहे हैं, पर इस मंत्र नूं कमाउणा बहुत कम है। हिंदू जगत दे विच आ जाओ, सियाणे कहते हैं कि जदों अपने घर दीयां गल्लां कर करके ना पता लगे, फिर गुआंढ दीयां गल्लां दस के बच्चों को समझाउणा पैंदा भी तुसीं इदां नहीं, हुण इदां करो। मैं हुण ये भी अपेक्षा करदा भी ये भी गल थोड़े पकड़ च आई, क्योंकि मैं अक्सर झमेलियां दे विच फस जाना, ज़्यादा गल ना मैं खोलां। तो हिंदू जगत दे विच भी एक मंत्र है, राम है, कृष्ण है, गोबिंद है, बीठल है। एक सैकेंड के मंत्र नामदेव बीठल बीठल जपया करते सन। साडे गुरु ग्रंथ साहिब महाराज दे विच विराजमान ने। स्टडी की बहुत लोड़ है, ज्ञान की बहुत लोड़ है। झमेला खड़ा करना तो कोई भी कर सकता, पर ज्ञान की तह तक जाना ये औखा काम है। औखत घाटी राम की त्यों चढ़ रहे हो कबीर। औखा काम है, बड़ी औखा काम, सौखी खेड़ नहीं है। यह सिर तली ते रखो तो परमात्मा के मार्ग से चलना, जिवें गुरु गोबिंद सिंह जी महाराज के। औखा काम है, पर फिर भी कोई सूरमा है इस संसार के इस कलयुग के समय दे विच कोई उठ्या है और परमात्मा का नाम जपना शुरू किया। तो जे कोई एक पैंडा चल पे ना, तो सतगुर अगों करोड़ां पैंडे चल के आ जाते हैं। पर शर्त है कोई चले से। एक दूजी बो लख होए, एक दूजी बो लख होए लख 20, लख लाख गेड़ा आखिए एक नाम जगदीश। यह जिहा कीचै लख 20, जप हर हर शब्द जपीस। महला पंजवां। एती रह पत पौड़ियां चढ़े हुए अकीस। इस रस्ते उत्ते चल के उस परमात्मा दियां पौड़ियां ते चढ़ते जाइए। ये पौड़ियां हुण पता किहड़ियां ने, जिवें कि आपां पहलां बयान करके हटे हाँ, धर्म खंड है, ज्ञान खंड है, तो फिर शर्म खंड है, कर्म खंड है, तो सच खंड है। ये पौड़ियां ने, क्योंकि इक्के दिन कोई PhD नहीं कर जाता, इक्के दिन कोई 10वीं नहीं कर जाता, पौड़ी दर पौड़ी चढ़ना पैंदा। इसी तरह ही परमात्मा के मार्ग से भी स्टैप बाय स्टैप चढ़ना पैंदा। सुर की यात्रा है ना, कपाट
ਖੁੱਲ੍ਹਣੇ ਤਾਂ 1 ਸੈਕਿੰਡ ਦੇ ਵਿੱਚ ਹੈ, ਪਰ 1 ਸੈਕਿੰਡ ਆਉਣ ਵਾਸਤੇ ਬੜੇ ਰਾਹਾਂ ਦੇ ਵਿੱਚੋਂ ਲੰਘਣਾ ਪੈਂਦਾ। ਚਲੋ ਮੈਂ ਮੁਕਤਸਰ ਆਪਣੇ ਹੁਣ ਤੇ ਆਵਾਂ। ਇਹ ਤੇ ਰਹਿਪਤ ਪਵੜੀਆਂ ਚੜ੍ਹੀਏ ਹੋਏ ਅਕੀ, ਸੁਣ ਗੱਲਾਂ ਆਕਾਸ਼ ਕੀ ਢਾਈ ਰੀਸ। ਪਰ ਕੀ ਹੁੰਦਾ, ਕਈ ਵਾਰ ਪਰਮਾਤਮਾ ਦੇ ਮਾਰਗ 'ਤੇ ਬ੍ਰਹਮ ਗਿਆਨੀ ਸਾਧੂ ਸੰਤ ਮਹਾਤਮਾ ਜੋ ਪੂਜਾ ਉਪਾਸ਼ਕ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਵਰਗੇ ਕੀਟਾਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਚਲੋ ਮੈਂ ਵੀ ਪਰਮਾਤਮਾ ਦੇ ਮਾਰਗ 'ਤੇ ਚੱਲਣਾ। ਜਿਵੇਂ ਆਕਾਸ਼ ਵਿੱਚ ਵਿਚਰਨ ਵਾਲੇ ਪੰਛੀ ਹੁੰਦੇ ਨਾ, ਅਤੇ ਉਹਨਾਂ ਨੂੰ ਵੇਖ ਕੇ ਜ਼ਮੀਨ 'ਤੇ ਚੱਲਦੇ ਹੋਏ ਜਿਹੜੇ ਕੀੜੇ ਨੇ, ਉਹਨਾਂ ਦੇ ਮਨ 'ਚ ਵੀ ਆ ਜਾਂਦਾ ਵੀ ਅਸੀਂ ਵੀ ਉੱਡ ਕੇ ਦੇਖੀਏ ਇੱਕ ਵਾਰ। ਜਿਹੜੇ ਈਸ਼ਵਰ ਦੇ ਰੂਪ ਹੋਏ ਹੁੰਦੇ ਨੇ, ਈਸ਼ਵਰ ਦੇ ਵਿੱਚ ਲੀਨ ਹੋਏ ਹੁੰਦੇ ਨੇ, ਇੱਕ ਰੂਪ ਹੋਏ ਹੁੰਦੇ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਅਤੇ ਜਿਹੜੇ ਅਗਿਆਨੀ ਹੁੰਦੇ ਨੇ, ਪਖੰਡੀ ਹੁੰਦੇ ਨੇ, ਫਿਰ ਉਹ ਉਹਨਾਂ ਦੀਆਂ ਰੀਸਾਂ ਲੱਗ ਪੈਂਦੇ ਨੇ ਕਰਨ। ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਪਰੰਤੂ ਜੇਕਰ ਨਿਰਣਾ ਕਰਕੇ ਵੇਖੀਏ ਤੇ ਝੂਠਿਆਂ ਦੀਆਂ ਗੱਪਾਂ ਝੂਠੀਆਂ ਹੁੰਦੀਆਂ ਨੇ, ਕਿਉਂਕਿ ਨਿਰੀਆਂ ਗੱਲਾਂ ਕਰਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਗੱਲਾਂ ਨਾਲ ਵੀ ਕਦੇ ਰੱਬ ਮਿਲਿਆ। ਇੱਕ ਸਾਡੇ ਸਿਆਣੇ ਬਜ਼ੁਰਗ ਇੱਕ ਕਹਾਵਤ ਪਾਇਆ ਕਰਦੇ ਨੇ, ਗੱਲਾਂ ਨਾਲ ਨਹੀਂ ਰੱਬ ਵੀਰ ਦਾ ਤੇ ਮਿੰਨਤਾਂ ਨਾਲ ਸ਼ਰੀਕ। ਇਸ ਤਰ੍ਹਾਂ ਦੀ ਉਹ ਕਹਾਵਤ ਪਾਇਆ ਕਰਦੇ, ਮੈਂ ਸਿਆਣੇ ਬਜ਼ੁਰਗਾਂ ਤੋਂ ਸੁਣੀ ਕਈ ਵਾਰ। ਉਹ ਗੱਲ ਉਹਨਾਂ ਦੀ ਸੱਚੀ ਹੈ, ਕਿਉਂਕਿ ਸੇਧ ਕਿਤੋਂ ਵੀ ਲਈ ਜਾ ਸਕਦੀ ਹੈ। ਤਾਂ ਇੱਕ ਪ੍ਰਮਾਣਿਕ ਗਾਥਾ ਮੈਨੂੰ ਯਾਦ ਆਈ ਹੈ ਇਸ ਸੰਬੰਧ ਦੇ ਵਿੱਚ, ਕਿ ਜਦੋਂ ਕੋਈ ਪਰਮਾਤਮਾ ਦਾ ਪਿਆਰਾ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੋਇਆ ਪਰਮਾਤਮਾ ਰੂਪੀ ਗੱਲਾਂ ਕਰਦਾ, ਅਤੇ ਫਿਰ ਮੇਰੇ ਵਰਗੇ ਜਿਹੜੇ ਝੂਠੇ ਕੂੜੇ ਨੇ ਉਹ ਵੀ ਦਾਅਵਾ ਰੱਖ ਲੈਂਦੇ ਨੇ ਕਿ ਅਸੀਂ ਵੀ ਪਰਮਾਤਮਾ ਦੇ ਮਾਰਗ 'ਤੇ ਚੱਲ ਰਹੇ। ਤਾਂ ਜਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਚੇਤਰ ਦੀ ਸੰਮਤ 1721 ਨੂੰ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਲੱਗੇ ਨਾ, ਤਾਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ, ਗੁਰਗੱਦੀ ਹੁਣ ਕਿਸ ਨੂੰ ਦਿੱਤੀ ਹੈ, ਕਿਸ ਨੂੰ ਸਥਾਪਨ ਕਰਿਆ ਤੁਸੀਂ? ਤਦ ਆਪ ਜੀ ਨੇ ਨਾ 5 ਪੈਸੇ ਤੇ ਨਾਰੀਅਲ ਆਦਿ ਗੁਰਾਈ ਤੇ ਤਿਲਕ ਦਾ ਸਾਰਾ ਸਮਾਨ ਮੰਗਵਾ ਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਬਾਬਾ ਬਸੇ ਬਕਾਲੇ, ਬਣ ਗੁਰੂ ਸੰਗਤ ਆਪ ਸੰਭਾਲੇ। ਇਹ ਸ਼ਬਦ ਸਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ। ਬਾਬਾ ਬਸੇ ਬਕਾਲੇ, ਬਣ ਗੁਰੂ ਸੰਗਤ ਆਪ ਸੰਭਾਲੇ। ਇਹ ਹੁਕਮ ਜਦ ਧੀਰਮਲ ਤੇ ਅਧਿਕ ਸੋਢੀਆਂ ਨੂੰ ਪਤਾ ਲੱਗਿਆ, ਉਹਨਾਂ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਕੇ ਬਾਬੇ ਬਕਾਲੇ, ਕਿਉਂਕਿ ਪਹਿਲਾਂ ਤਾਂ ਬਕਾਲੇ ਹੀ ਪਿੰਡ ਸੀ, ਬਾਅਦ ਦੇ ਵਿੱਚ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਬਾਅਦ ਇਹ ਫਿਰ ਬਾਬਾ ਬਕਾਲਾ ਕਰਕੇ ਜਾਣਿਆ ਗਿਆ, ਪਹਿਲਾਂ ਬਕਾਲਾ ਹੀ ਸੀ। ਤਾਂ ਬਕਾਲੇ ਪਿੰਡ ਦੇ ਵਿੱਚ ਇਹਨਾਂ ਨੇ ਵੱਖ-ਵੱਖ ਮੰਜੀਆਂ ਡਾਹਲੀਆਂ, ਹਰ ਕੋਈ ਕਹਿਣ ਲੱਗਾ ਵੀ ਅਸੀਂ ਗੁਰੂ। ਅਤੇ ਇਹ ਕੌਤਕ ਵੇਖ ਕੇ ਹੁਣ ਜਿਹੜੀਆਂ ਸ਼ਰਧਾਲੂ ਸਨ, ਜਿਹੜੀਆਂ ਸੰਗਤਾਂ ਸਨ, ਉਹ ਬੜੇ ਅਚੰਭੇ ਵਿੱਚ ਪਈਆਂ ਵੀ ਇਹ ਕਿਸ ਤਰ੍ਹਾਂ ਦਾ ਕੌਤਕ ਹੈ ਵੀ ਹੁਣ ਪੂਰਨ ਤੌਰ 'ਤੇ ਗੁਰੂ ਕਿਹਨੂੰ ਪਛਾਣਿਆ ਜਾਵੇ ਅਤੇ ਕਿਸ ਨੂੰ ਮੰਨੀਏ, ਬੜੀ ਮੁਸ਼ਕਿਲ ਬਣ ਗਈ। ਅੰਤ ਇਸ ਕਠਿਨਾਈ ਨੂੰ ਇੱਕ ਸੌਦਾਗਰ ਹੁੰਦੇ ਨੇ ਜੋ ਸੌਦਾਗਰ ਮੱਖਣ ਸ਼ਾਹ ਲੁਬਾਣੇ ਨੇ ਦੂਰ ਕੀਤਾ। ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਸੌਦਾਗਰੀ ਮਾਲ ਦੇ ਨਾਲ ਲੱਦਿਆ ਹੋਇਆ ਸੀ ਅਤੇ ਸਮੁੰਦਰ ਦੀ ਘੁੰਮਣ ਘੇਰੀ ਦੇ ਵਿੱਚ ਫਸ ਗਿਆ। ਉੱਥੋਂ ਨਿਕਲਣ ਦੀ ਹੁਣ ਕੋਈ ਆਸ ਨਹੀਂ ਸੀ। ਤਦ ਉਸਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਵਾਲੇ ਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਪਰਮਾਤਮਾ, ਇਹ ਵਾਹਿਗੁਰੂ, ਹੁਣ ਤੂੰ ਕਿਰਪਾ ਕਰ ਕਿ ਮੇਰੇ ਜਹਾਜ਼ ਨੂੰ ਬੰਨੇ ਲਾ, ਬਦਲੇ ਵਿੱਚ ਮੈਂ 500 ਮੋਹਰਾਂ ਰੱਖ ਕੇ ਤੈਨੂੰ ਮੱਥਾ ਟੇਕਾਂਗਾ। ਇਹ ਪ੍ਰਣ ਕਰ ਲਿਆ। ਹੁਣ ਭਗਤ ਦਾ ਪ੍ਰੇਮ ਹੈ ਅਤੇ ਪਰਮਾਤਮਾ ਬੰਨੇ ਨਾ ਲਾਵੇ, ਕਿਵੇਂ ਹੋ ਸਕਦਾ? ਪਰ ਸ਼ਰਤ ਹੈ ਕਿ ਭਗਤ ਦਾ ਪ੍ਰੇਮ ਹੋਵੇ ਸੱਚਾ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰ। ਇਹ ਅਵਸਥਾ ਸੰਗਤ ਦੀ ਬੜੀ ਡੂੰਘੀ ਹੈ, ਹੁਣ ਬੜੀ ਵੱਡੀ ਅਵਸਥਾ, ਛੋਟੀ ਅਵਸਥਾ ਨਹੀਂ ਹੈ। ਇਹ ਜਿੰਨੀ ਸੌਖੇ ਤਰੀਕੇ ਨਾਲ ਮੈਂ ਕਹਿ ਰਿਹਾ ਨਾ, ਇੰਨੀ ਸੌਖੀ ਅਵਸਥਾ ਨਹੀਂ ਹੈ। ਨਾ ਹੀ ਇੰਨੇ ਪ੍ਰੇਮ ਦੇ ਵਿੱਚ ਹੈ ਅਤੇ ਨਾ ਹੀ ਇੰਨੇ ਮੇਥੋਂ ਬਿਆਨ ਹੋ ਰਹੀ ਹੈ, ਕਿਉਂਕਿ ਇਹ ਪ੍ਰੇਮ ਤੋਂ ਵੀ ਅੱਗੇ ਦੀ ਗੱਲ ਚਲੇ ਜਾਂਦੀ ਹੈ। ਫਿਰ ਬਹੁਤ ਵੱਡੀ ਅਵਸਥਾ ਹੈ ਕਿ ਜਦੋਂ ਪਰਮਾਤਮਾ ਦਾ ਪਿਆਰਾ ਅਰਦਾਸ ਕਰੇ ਅਤੇ ਪਰਮਾਤਮਾ ਉਹਦੀ ਗੱਲ ਸੁਣਨ ਵਾਸਤੇ ਆ ਜਾਵੇ।
ਛੱਡ ਸਿੰਘਾਸਨ ਹਰ ਜੀ ਆਏ। ਜਦੋਂ ਪਰਮਾਤਮਾ ਆ ਜਾਵੇ, ਬੜੀ ਵੱਡੀ ਅਵਸਥਾ ਹੈ ਜੀ ਹੁਣ ਇਹ ਹੁਣ ਮੇਰੀ ਜੀਭ ਤੇ ਬਿਆਨ ਨਹੀਂ ਹੋ ਸਕਦੀ। ਇਹ ਜੀਭ ਤੋਂ ਹੁਣ ਕਥਨ ਕਰਨ ਤੋਂ ਅੱਗੇ ਹੈ। ਨਾਨਕ ਕਥਨਾ ਕਰੜਾ ਸਾਰ, ਅਗਲੀ ਗੱਲ ਹੈ ਹੁਣ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ। ਤਾਂ ਉਹਨੇ ਮੱਖਣ ਸ਼ਾਹ ਲੁਬਾਣਾ ਜੀ ਨੇ ਇਹ ਅਰਦਾਸ ਕੀਤੀ ਕਿ ਮੈਂ 500 ਮੁਹਰਾਂ ਰੱਖ ਕੇ ਮੱਥਾ ਟੇਕਾਂਗਾ। ਪਰਮੇਸ਼ਵਰ ਦੇ ਹੁਕਮ ਦੇ ਨਾਲ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਜਿਹੜਾ ਉਹ ਬੰਨ੍ਹਣ ਲੱਗ ਗਿਆ। ਸੌਦਾਗਰੀ ਦਾ ਮਾਲ ਵੇਚ ਕੇ ਉਹ ਪੰਜਾਬ ਆਇਆ ਅਤੇ ਗੁਰੂ ਦੀ ਭਾਲ ਦੇ ਵਿੱਚ ਉਹ ਸੁਖਣਾ ਦੀਆਂ 500 ਮੁਹਰਾਂ ਦਾ ਪ੍ਰਣ ਪੂਰਾ ਕਰਨਾ ਚਾਹੁੰਦਾ ਸੀ ਅਤੇ ਗੁਰੂ ਦੀ ਤਲਾਸ਼ ਦੇ ਵਿੱਚ ਸੀ ਅਤੇ ਪਹੁੰਚਿਆ ਬਕਾਲੇ। ਹੁਣ ਜਦੋਂ ਬਕਾਲੇ ਆਇਆ ਹੈ ਅਤੇ ਆ ਕੇ ਕੀ ਦੇਖਦਾ ਹੈ ਵੀ ਅੱਗੇ 22 ਮੰਜੀਆਂ ਡਾਹ ਕੇ ਗੁਰੂ ਬਣੇ ਬੈਠੇ। ਹੁਣ ਅਸਲੀ ਕਿਹੜਾ ਅਤੇ ਨਕਲੀ ਕਿਹੜਾ ਕੋਈ ਪਤਾ ਨਾ ਲੱਗੇ। ਅੰਤ ਨੂੰ ਇਹ ਫੈਸਲਾ ਕਰਕੇ ਕਿ ਜਿਹੜਾ ਸੱਚਾ ਹੋਵੇਗਾ ਉਹ ਮੇਥੋਂ 500 ਮੁਹਰਾਂ ਦੀ ਮੰਗ ਰੱਖੂਗਾ, ਨਹੀਂ ਤਾਂ ਮੈਂ ਸਾਰਿਆਂ ਨੂੰ 2-2 ਮੁਹਰਾਂ ਹੀ ਮੱਥਾ ਟੇਕਾਂਗਾ। ਹੁਣ ਉਹ 2 ਮੁਹਰਾਂ ਪਹਿਲੇ ਗੁਰੂ ਅੱਗੇ ਮੱਥਾ ਟੇਕਦਾ ਅਤੇ ਉਹ 2 ਮੁਹਰਾਂ ਚੱਕ ਕੇ ਉਹ ਜੇਬ ਦੇ ਵਿੱਚ ਪਾ ਲੈਂਦਾ ਅਤੇ ਮੱਖਣ ਸ਼ਾਹ ਲੁਬਾਣਾ ਅਗਲੇ ਗੁਰੂ। ਇਸੇ ਤਰ੍ਹਾਂ ਉਹ ਸਾਰੇ 22 ਦੇ 22 ਗੁਰੂਆਂ ਕੋਲ ਜਾਂਦਾ ਜੋ ਕਿ ਮੰਜੀ ਡਾਹ ਕੇ ਬੈਠੇ ਸਨ। ਪਰ ਮੱਖਣ ਸ਼ਾਹ ਲੁਬਾਣੇ ਦੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਜੇ ਸੱਚਾ ਹੋਵੇਗਾ ਤਾਂ ਮੇਰੀ ਕੀਤੀ ਹੋਈ ਅਰਦਾਸ ਉਹਦੇ ਤੱਕ ਪਹੁੰਚੀ ਹੋਵੇਗੀ। ਔਰ ਸੱਚ ਹੈ, ਪਰਮਾਤਮਾ ਦਾ ਪਿਆਰਾ, ਪਰਮਾਤਮਾ ਦਾ ਭਗਤ ਅਤੇ ਪਰਮਾਤਮਾ ਉਹੀ ਹੈ ਬਿਨ ਬੋਲਿਆ ਸਭ ਕੁਛ ਜਾਣਦਾ, ਤਿਸ ਆਗੇ ਕਿਆ ਕੀਜੇ ਅਰਦਾਸ। ਇਹ ਗੁਰਬਾਣੀ ਦੀ ਪੰਕਤੀ ਸਿੱਧ ਕਰਕੇ ਦਿਖਾਈ ਹੈ ਮੱਖਣ ਸ਼ਾਹ ਲੁਬਾਣੇ ਨੇ। ਤਾਂ ਸਾਰਿਆਂ ਅੱਗੇ 2-2 ਮੁਹਰਾਂ ਰੱਖਦਾ ਹੈ ਅਤੇ ਮੱਥਾ ਟੇਕ ਦਿੰਦਾ ਹੈ। ਪਰ ਕਿਸੇ ਨੇ ਵੀ 500 ਮੁਹਰਾਂ ਨਹੀਂ ਮੰਗੀਆਂ। ਮੱਖਣ ਸ਼ਾਹ ਲੁਬਾਣਾ ਬੜਾ ਨਿਰਾਸ਼ ਹੋਇਆ ਅਤੇ ਲੋਕਾਂ ਤੋਂ ਪੁੱਛਣ ਲੱਗਿਆ ਕਿ ਇੱਥੇ ਕੋਈ ਹੋਰ ਵੀ ਗੁਰੂ ਹੈਗਾ। ਤਾਂ ਇੱਕ ਨੇ ਕਿਹਾ ਕਿ ਹਾਂ, ਇੱਕ ਇੱਥੇ ਤੇਗਾ ਹੈ। ਤੇਗਾ ਕਮਲਾ ਕਰਕੇ ਜਾਣਿਆ ਜਾਂਦਾ ਅਤੇ ਤੇਗਾ ਉਹ ਸਾਰਾ ਦਿਨ ਭੋਰੇ ਵਿੱਚ ਹੀ ਬੈਠਾ ਰਹਿੰਦਾ ਅਤੇ ਉਹਦਾ ਪਤਾ ਕਰ ਲਵੋ। ਤਾਂ ਮੱਖਣ ਸ਼ਾਹ ਲੁਬਾਣਾ ਭੋਰੇ ਕੋਲ ਪੁੱਜਾ ਅਤੇ ਮਾਤਾ ਨਾਨਕੀ ਜੀ ਪਾਸ ਬੇਨਤੀ ਕਰਦਾ ਹੈ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਨੇ ਅਤੇ ਮਾਤਾ ਜੀ ਨੇ ਆਗਿਆ ਦੇ ਦਿੱਤੀ। ਮੱਖਣ ਸ਼ਾਹ ਅੰਦਰ ਜਾਂਦਾ ਹੈ ਅਤੇ 2 ਮੁਹਰਾਂ ਰੱਖ ਕੇ ਮੱਥਾ ਟੇਕਦਾ ਅਤੇ ਗੁਰੂ ਜੀ ਨੇ ਕਿਹਾ, ਵੇਖ ਭਾਈ ਸਿੱਖਾ, 500 ਮੁਹਰਾਂ ਦੇਣੀਆਂ ਕੀਤੀਆਂ ਸੀ ਤੂੰ, ਆਹ ਵੇਖ ਸਾਡਾ ਮੋਢਾ। ਅਤੇ ਕਹਿੰਦੇ ਗੁਰੂ ਸਾਹਿਬ ਨੇ ਇੱਦਾਂ ਆਪਣਾ ਜੋ ਵੀ ਵਸਤਰ ਉਹਨਾਂ ਨੇ ਪਹਿਨੇ ਹੋਏ ਸਨ ਉਹ ਸਾਈਡ 'ਤੇ ਕਰਕੇ ਦਿਖਾਏ ਅਤੇ ਕਹਿੰਦੇ ਦੇਖ ਸਾਡਾ ਮੋਢਾ, ਜੋ ਤੇਰੇ ਜਹਾਜ਼ ਨੂੰ ਧੱਕਾ ਦਿੰਦਿਆਂ ਛਾਲੇ ਹੋ ਗਏ ਨੇ, ਹੁਣ ਤੂੰ ਆਪਣੀ ਸੁਖਣਾ ਨਾ ਭੁੱਲ। ਤੂੰ ਹੁਣ ਆਪਣੀ ਸੁਖਣਾ ਨਾ ਭੁੱਲ। ਅਤੇ ਗੁਰੂ ਜੀ ਦੀ ਇਤਨੀ ਗੱਲ ਕਹਿਣ ਦੀ ਹੀ ਦੇਰ ਸੀ ਕਿ ਮੱਖਣ ਸ਼ਾਹ ਕੋਠੇ 'ਤੇ ਚੜ੍ਹ ਗਿਆ ਅਤੇ ਪੱਲਾ ਗਲ ਦੇ ਵਿੱਚ ਪਾ ਕੇ ਉੱਚੀ ਉੱਚੀ ਰੌਲਾ ਪਾਉਣ ਲੱਗਿਆ, ਲੋਕੋ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਇਸ ਤਰ੍ਹਾਂ ਨਿਰਣਾ ਕਰਨ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਨਾਲ 22 ਮੰਜੀਆਂ ਵਾਲੇ ਝੂਠਿਆਂ ਦਾ ਝੂਠਾ ਉਗੜ ਗਿਆ। ਨਹੀਂ ਤਾਂ ਬਣੇ ਤਾਂ ਪਰਮਾਤਮਾ ਬੈਠੇ ਸਨ, ਨਕਲ ਕਰਨ ਲੱਗ ਗਏ ਨਾ ਗੁਰੂ ਦੀ। ਹੁਣ ਜੋ ਰੀਅਲ ਹੈ, ਜੋ ਅਸਲ ਹੈ, ਉਹਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ। ਉਹ ਤਾਂ ਕਬੂਲੇ ਮਕਸੂਦ ਹੈ, ਕਬੂਲੇ ਮਾਲਕ ਹੈ, ਉਹ ਤਾਂ ਦੁਨੀਆ ਦਾ ਮਾਲਕ ਹੈ, ਪਰਮਾਤਮਾ ਹੈ ਉਹ। ਤਾਂ ਮੱਖਣ ਸ਼ਾਹ ਲੁਬਾਣੇ ਨੇ ਕਿਹਾ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਇਸ ਤਰ੍ਹਾਂ ਨਿਰਣਾ ਕਰਨ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਉੱਤੇ ਕਿਰਪਾ ਦ੍ਰਿਸ਼ਟੀ ਸੀ, ਉਹਨਾਂ ਦੀ ਗੁਰਗੱਦੀ ਦੀ ਦਾਤ ਨੂੰ ਪ੍ਰਾਪਤ ਕਰ ਲਿਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਾਈ। ਇਸ ਰਿਸ਼ਤੇ ਕਰਕੇ ਆਪ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਬਾਬਾ ਜੀ ਸਨ। ਇਸ ਪਿੰਡ ਦਾ ਨਾਮ ਪਹਿਲਾਂ ਬਕਾਲਾ ਹੁੰਦਾ ਸੀ, ਪਰ ਬਾਅਦ ਦੇ ਵਿੱਚ ਬਕਾਲੇ ਪਿੰਡ ਵਿੱਚ ਰਹਿਣ ਕਰਕੇ ਬਾਬੇ ਨੂੰ ਗੱਦੀ ਦਾ ਤਿਲਕ ਅਰਪਣ ਹੋਇਆ। ਉਸ ਦਿਨ ਤੋਂ ਇਸ ਦਾ ਨਾਮ ਬਦਲ ਕੇ ਬਕਾਲੇ ਤੋਂ ਬਾਬਾ ਬਕਾਲਾ ਪ੍ਰਸਿੱਧ ਹੋਇਆ। ਇਸ ਪਿੰਡ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ ਅਤੇ ਆਪ ਜੀ ਆਪਣੀ ਮਾਤਾ ਨਾਨਕੀ ਜੀ ਦੇ ਨਾਲ ਕੁਝ ਸਮਾਂ ਇੱਥੇ ਨਿਵਾਸ ਰੱਖਦੇ ਰਹੇ, ਜਿਸ ਕਰਕੇ ਗੁਰਗੱਦੀ ਦੀ ਸੂਚਨਾ ਬਕਾਲੇ ਪਿੰਡ ਰਹਿਣ ਵਾਲੇ ਬਾਬੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਤੀ ਹੀ ਸੀ, ਉਹਨਾਂ ਨੂੰ ਹੀ ਮਿਲਣੀ ਸੀ।
क्योंकि उस समय होर कोई सोढ़ी पिंड बकाले ਵਿੱਚ नहीं ਰਹਿੰਦਾ ਸੀ, ਇਕੱਲੇ गुरु तेग बहादुर जी महाराज सन। और अब देखो किन्नी ਵੱਡੀ ਇਹ ਅਵਸਥਾ ਸੀ ਇਹ ਭਗਤ ਦੀ ਤੇ परमात्मा ਦੀ। ਕਿੰਨੀ ਦੂਰੋਂ ਚੱਲ ਕੇ ਇੱਕ ਭਗਤ ਆਇਆ परमात्मा ਨੂੰ ਪਾਉਣ ਵਾਸਤੇ। ਤਾਂ ਇਸ ਪ੍ਰਸੰਗ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਕਿ परमात्मा ਦਾ ਜੋ ਪਿਆਰਾ ਹੈ ਉਹ परमात्मा ਨੂੰ ਇੱਕ ਦਿਨ खोज ਲੈਂਦਾ है, पर जो झूठा है वो झूठा ही है, वो सच्चा नहीं हो सकता। परमात्मा ਦੇ ਭਗਤ ਦਾ ਜਿਹੜਾ ਰਿਸ਼ਤਾ ਹੈ ਨਾ ਇਹ ਬਹੁਤ ਸਮੇਂ ਤੋਂ ਚੱਲ ਰਿਹਾ। ਜਦੋਂ ਅਸੀਂ ਇਹ ਰੂਹਾਂ परमात्मा ਤੋਂ ਵਿਛੜੀਆਂ ਨੇ ਉਹਦਾ ਹੀ ਚੱਲ ਰਿਹਾ। ਦੂਰ ਕਿਉਂ ਜਾਏ। ਇੱਕ ਸੂਫੀ ਸੰਤ ਵੀ ਆਖਦਾ ਆਦਮ ਨਾ ਬੂਦੋ ਤੋ ਮਨ ਬੂਦਮ, ਹਵਾ ਨਾ ਬੂਦੋ ਤੋ ਮਨ ਬੂਦਮ, ਈ ਕਸ ਨਾ ਬੂਦੋ ਤੋ ਮਨ ਬੂਦਮ, ਮਨ ਆਸ਼ਕੇ ਦੇਰੀਨਮ। मतलब पता है, ऐ खुदा मैं कोई अज दा आशिक हाँ, मैं तेरा कोई अज दा आशिक नहीं हाँ। अज दी तेरी तलाश कर रहा अचेत पुणे विच सुचेत पुणे विच उदों दा मैं तेरे रस्ते ते हाँ जदों तू अपने मनुख भी नहीं सी बनाए सी। आदम न बूदो मन बूदम, हवा न बूदम तो मन बूदम। अजे माया रूपी संसार भी नहीं बनाया सी, मैं है सी के कस ना बूदो तो मन बूदम, मन आश के दरिनम। ये आकार भी नहीं सी, हे निरंकार मैं भी निरंकार हो के विचरदा सी, भटकदा पिया सी। मैं तो कदों दा अज दा थोड़ा बड़े समय दा तेरे तक पहुँचने की कोशिश कर रहे। बड़ी डूंगी सोच है इस फकीर दी। हवा न बूदम तो मन बूदम, आदम न बूदो तो मन बूदम। मन की भटकन लिए समा चाहिए, क्योंकि मन जिहड़ा इस समय विच भटकदा है तो मन है जिहड़ा इस नहीं परमात्मा होना। जे मन तन वाल नूं आ गया संसार नूं आ गया संसारी है, जे मन आत्मा नूं साइड नूं चला गया तो गुरमुख है। बस इन्ना जिहा सवाल है। तो जिहड़ा मन है तो मन की जिहड़ी भटकना है इस समय विच है, भूतकाल है, भविष्य है तो वर्तमान है, जिन्हों असीं पास्ट फ्यूचर तो प्रैजेंट भी कहने। और उर्दू में असीं इहनूं कहने माजी है, हाल है तो मुस्तकबिल है। मुस्तकबिल कहते हैं आने वाले समय में, माजी कहते हैं जो लंघ गया, हाल कहते हैं जिहड़ा होना। रब्बा मेरे हाल दा महरम तू। हाल शब्द है जिहड़ा दा मतलब है प्रैजेंट वर्तमान, तो परमात्मा जदों भी मिलेगा वर्तमान दे विच मिलेगा। परमात्मा जदों भी मिलेगा वर्तमान दे विच मिलेगा। बस मन ने जिवें ही वर्तमान दे विच आया है और परमात्मा ने प्रगट हो जाना है। बस जिन्नी भी धर्म की खेड़ है, जिन्नी भी धर्म की दौड़ है, जिन्नी भी धर्म की प्रशंसा है, जिन्नी भी धर्म का उपेक्षा है, लक्ष्य है, वो सब कुछ की है मन नूं वर्तमान विच लियाउण दा। मन नूं सिर वर्तमान दे विच लियाउण दा। मन वर्तमान में जिवें ही आया उवें ही परमात्मा ने प्रगट हो जाना ते इस जोत ने उस परमात्मा दे विच लीन हो जाना। बस शर्त है कि कोई इस तरह की कोशिश करे सही। कोई ज़्यादातर की देखा कि अज मन ने यह प्रण किया कि कल तो परमात्मा का नाम जपना, क्योंकि अज तो असीं कुछ करते नहीं ना, कल ही करते हैं। साडे ज़्यादातर सुभाਅ इदां दी अज तो कुछ करना नहीं, कल ही करना जो करना। तो फिर जे कल भी असीं चलांगे तो उन्हां चों बड़ी देर हो जाती है। तो जे असीं चल भी पाए गुरु घर रोज़ जान लग गए, नितनेम मर्यादा नाल लगे करना, तो लोगों ने सानूं चंगा चंगा कहन लग जाना। तो बस फिर गुरु घर भी छुट जाता है, क्योंकि लोगों की प्रशंसा से काबिल बन जाइए ना। इस मन उपर बड़ी पकड़ चाहिए। प्रभु की उस्तत करो संत मीत, सावधान एकाग्र चीत। बड़ी सावधानी चाहिए इहदे उपर। और एक मैं विचार थोड़े नाल साझा करा, जिस दिन सारे एक हो जाएंगे ना उस दिन सारे सुखी हो जाएंगे। ये दुख पता की है, जो सारे अलग अलग जी रहे हैं। जिस दिन सारे एक हो जाएंगे उस दिन सारे सुखी हो जाएंगे, क्योंकि परमात्मा एक है और वो जिस विच भी रखे राजी है। वो सिखिज्म दे विच रख रहा तो राजी हाँ, वो अल्लाह दे विच रख रहा तो राजी हाँ, वो हिंदू जगत विच रख रहा तो राजी हाँ,
ਉਹ ਬਾਈਬਲ ਦੇ ਵਿੱਚ ਰੱਖ ਰਿਹਾ ਤੇ ਰਾਜੀ, ਕਿਉਂਕਿ ਸਭ ਕੁਝ ਇੱਕ ਹੈ, ਪਰਮਾਤਮਾ ਇੱਕ ਹੈ। ਔਰ ਮੇਰੀ ਬੇਨਤੀ ਹੈ ਧਰਮ ਦੇ ਠੇਕੇਦਾਰਾਂ ਨੂੰ ਪਰਮਾਤਮਾ ਨੂੰ ਅਲੱਗ-ਅਲੱਗ ਕਰਕੇ ਨਾ ਪੇਸ਼ ਕਰੋ, ਕਿਉਂਕਿ ਪਰਮਾਤਮਾ ਇੱਕ ਹੈ। ਅਤੇ ਸਾਡਾ ਫਿਲਸਫਾ ਜੋ ਸਿੱਖ ਜਗਤ ਹੈ ਇੱਕ ਤੋਂ ਸ਼ੁਰੂ ਹੁੰਦਾ ਹੈ, ਇੱਕ ਓਅੰਕਾਰ, ਪਰਮਾਤਮਾ ਇੱਕ ਹੈ। ਔਰ ਮੈਂ ਅਕਸਰ ਇਹ ਬਿਆਨ ਕਰਦਾ ਹੁੰਦਾ, ਜਿਵੇਂ ਇੱਕ ਭੋਜਨ ਅਸੀਂ ਰੋਜ਼ ਖਾਈ ਜਾਈਏ, ਇੱਕ ਭੋਜਨ ਅਸੀਂ ਰੋਜ਼ ਖਾਈ ਜਾਈਏ ਤਾਂ ਫਿਰ ਸਾਡਾ ਜਿਹੜਾ ਮਨ ਹੈ ਉਹਦੇ ਤੋਂ ਉਪਾਸਨਾ ਦੀ ਸਾਈਡ ਚਲੇ ਜਾਂਦਾ, ਉਹ ਤੋਂ ਉੱਕਰ ਜਾਂਦਾ ਕਿ ਨਹੀਂ ਇਹ ਚੀਜ਼ ਵਾਰ-ਵਾਰ ਹੀ ਹੋ ਰਹੀ ਹੈ। ਤਾਂ ਹੋ ਸਕਦਾ ਕਿ ਪਰਮਾਤਮਾ ਨੇ, ਮੈਂ ਆਪਣੀ ਤੁੱਛ ਸਮਝ ਦੇ ਨਾਲ ਗੱਲ ਕਰ ਰਿਹਾ, ਉਹ ਜ਼ਰੂਰੀ ਨਹੀਂ ਕਿ ਸਹੀ ਹੋਵੇ, ਮੈਂ ਮਾਫੀ ਪਹਿਲਾਂ ਮੰਗ ਲਵਾਂ। ਤਾਂ ਇਸ ਤਰ੍ਹਾਂ ਹੀ ਸ਼ਾਇਦ ਪਰਮਾਤਮਾ ਨੇ ਧਰਮ ਦੇ ਭਾਂਡੇ ਸਾਡੇ ਸਾਹਮਣੇ ਰੱਖੇ ਨੇ ਕਿ ਜੇ ਭਾਈ ਭੋਜਨ ਤੂੰ ਇਹਦੇ 'ਚ ਨਹੀਂ ਛਕਣਾ ਤੈਨੂੰ ਆ ਰਿਹਾ, ਤੂੰ ਭਾਂਡਾ ਚੁਣ ਲੈ, ਦੂਜਾ ਚੁਣ ਲੈ ਭਾਂਡਾ। ਸੋਨੇ ਦਾ ਨਹੀਂ ਚੰਗਾ ਲੱਗ ਰਿਹਾ, ਚਾਂਦੀ ਛਕ ਲੈ। ਵੈਸੇ ਭਾਂਡੇ ਹੈ ਸਾਰੇ ਸੋਨੇ ਦੇ, ਸਾਡੀ ਜੀਭ 'ਚ ਹੀ ਫਰਕ ਹੈ ਬਸ। ਕਿਉਂਕਿ ਸਾਰਾ ਕੁਛ ਪਰਮਾਤਮਾ ਦੇ ਕੀਤਾ ਹੋਇਆ, ਪਰਮਾਤਮਾ ਹੀ ਕਰ ਰਿਹਾ ਸਾਰਾ ਕੁਛ। ਅਤੇ ਮਨ ਦੀ ਭਟਕਾਂ ਨੂੰ ਖਤਮ ਕਰੀਏ। ਇਹ ਮਾਝੀ ਦੇ ਵਿੱਚੋਂ ਨਿਕਲ ਕੇ, ਮੁਸਤਕਬਿਲ 'ਚੋਂ ਨਿਕਲ ਕੇ ਹਾਲ ਦੇ ਵਿੱਚ ਆਵੇ, ਇਹ ਫਿਊਚਰ ਦੇ ਵਿੱਚੋਂ ਨਿਕਲ ਕੇ ਪਾਸਟ ਦੇ ਵਿੱਚੋਂ ਨਿਕਲ ਕੇ ਪ੍ਰੈਜ਼ੈਂਟ ਦੇ ਵਿੱਚ ਆਵੇ। ਇਹ ਸਾਰਿਆਂ ਸਮਾਂ ਦੇ ਵਿੱਚੋਂ ਨਿਕਲ ਕੇ ਬਸ ਵਰਤਮਾਨ ਦੇ ਵਿੱਚ ਆਣ ਕੇ ਟਿਕ ਜੇ। ਇਹੀ ਅਰਦਾਸ ਉਸ ਪਰਮਾਤਮਾ ਅੱਗੇ ਹੈ। ਸੋ ਗੁਰਬਾਣੀ ਦੇ ਸ਼ਬਦ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।